ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹੋ ਸੋਹਿਲਾ ਸ਼ਬਦ ਸੁਹਾਵਾ। ਇਹੋ ਈੜੀ ਨੂੰ ਲਾ, ਹਾਹੇ ਨੂੰ ਔਂਕੜ ਹੈ। ਈੜੀ ਲੰਬੀ ਰੱਖਣੀ ਹੈ, ਹਾਹੇ ਨੂੰ ਥੋੜ੍ਹਾ ਜਿਹਾ ਘੱਟ ਆਵਾਜ਼ ਦੇਣੀ ਹੈ। ਇਹੋ ਸੋਹਿਲਾ, ਸੱਸੇ ਨੂੰ ਹੋੜਾ, ਸੋ ਹਾਹੇ ਨੂੰ ਸਿਹਾਰੀ ਹੈ। ਸੋਹਿਲਾ, ਸੁਹੇਲਾ ਨਹੀਂ ਕਹਿਣਾ ਗਾ, ਸੋਹਿਲਾ ਸ਼ਬਦ ਸੁਹਾਵਾ। ਸ਼ਬਦੋ ਸੁਹਾਵਾ ਸਦਾ ਸੋਹਿਲਾ। ਸੋਹਿਲਾ, ਸੁਹੇਲਾ ਨਹੀਂ ਕਹਿਣਾ, ਦੁਬਾਰਾ ਫਿਰ ਬੇਨਤੀ ਹੈ। ਸੋਹਿਲਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਸੁਣਾਇਆ ਨੰਨਾ ਨਹੀਂ ਲਾਉਣਾ, ਨਾਣੇ ਦਾ ਉਚਾਰਨ ਕਰਨਾ ਹੈ। ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੁ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਇਸ ਪੰਕਤੀ ਦੇ ਵਿੱਚ ਆਪਾਂ ਅਦਕ ਅਤੇ ਬਿੰਦੀ ਦੀ ਵਰਤੋਂ ਕੀਤੀ ਹੈ ਦੋ ਸ਼ਬਦਾਂ ਦੇ ਵਿੱਚ। ਗੱਲਾਂ, ਗੱਲੀ। ਇੱਕ ਫਿਰਹੇ ਕਨੇਰੇ ਕਰਹੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਇਹ ਧਿਆਨ ਰੱਖਣਾ ਹੈ। ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਸੰਗਤ ਸਬਾਈਆ, ਭੱਬਾ ਨਹੀਂ ਲਾਉਣਾ, ਸਬਾਈਆ ਪੋਲਾ ਜਾਂ ਮੂੰਹ ਕਰਕੇ ਬੋਲਾਂਗੇ ਤਾਂ ਉਚਾਰਨ ਸਹੀ ਹੋਵੇਗਾ। ਜੇ ਸਬਾਈਆ ਕਰ ਦਿੱਤਾ ਤਾਂ ਭੱਬਾ ਲੱਗ ਜਾਏਗਾ। ਇਸ ਲਈ ਪਵਿੱਤ ਕਹਿਣਾ ਹੈ ਪਾਠ। ਪਵਿੱਤ ਸੰਗਤ ਸਬਾਈਆ। ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਪਵਿੱਤ ਪਾਠ ਕਰਨਾ ਹੈ। ਪਵਿੱਤ 3 ਵਾਰ ਇਸ ਪੰਕਤੀ ਵਿੱਚ ਇਹ ਪਾਠ ਆਇਆ ਹੈ। ਜਿਨੀ ਪੂਲਾ ਕਰਨਾ ਹੈ, ਜਿਨੀ ਮਨ ਵਸਾਇਆ। ਇਸ ਪੰਕਤੀ ਵਿੱਚ ਪਾਠ ਜੱਜੇ ਨੂੰ ਸਿਹਾਰੀ, ਨੰਨੇ ਨੂੰ ਬਿਹਾਰੀ, ਜਿਨੀ। 2 ਪੰਕਤੀਆਂ ਉੱਪਰ ਪਾਠ ਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ। ਉੱਥੇ ਨੰਨੇ ਦੇ ਪੈਰ ਵਿੱਚ ਉਦਾਤ ਲੱਗੀ ਹੋਈ ਹੈ। ਨੰਨੇ ਨੂੰ ਭਾਰਾ ਕਰਨਾ ਹੈ, ਜਿਨੀ ਜਿਨੀ। ਅਤੇ ਇੱਥੇ ਜਿਨੀ ਪੋਲਾ ਕਰਨਾ ਹੈ। ਅਤੇ ਤੀਜਾ ਪਾਠ ਇਸੇ ਤਰ੍ਹਾਂ ਦਾ ਇੱਕ ਹੋਰ ਹੋਵੇਗਾ, ਜਿਨੀ। ਉੱਥੇ ਜੱਜੇ ਨੂੰ ਟਿੱਪੀ ਲੱਗੀ ਹੋਵੇਗੀ। ਸੋ ਇਹ ਤਿੰਨਾਂ ਪਾਠਾਂ ਨੂੰ ਨਿਖੇੜ ਕੇ ਪੜ੍ਹਨਾ ਹੈ। ਇਹ ਧਿਆਨ ਵਿੱਚ ਰਹੇ, ਆਪਸ ਵਿੱਚ ਰਲ ਗੱਡ ਨਾ ਹੋਣ। ਸਰੋਤੇ ਨੂੰ, ਸੁਣਨ ਵਾਲੇ ਨੂੰ ਇਹ ਭੇਤ ਪਤਾ ਲੱਗੇ ਕਿ ਇੱਥੇ ਹੁਣ ਪਾਠ ਜਿਨੀ ਕਿਹਾ, ਨੰਨੇ ਦੇ ਪੈਰ ਵਿੱਚ ਉਦਾਤ ਹੈ। ਇੱਥੇ ਪਾਠ ਜਿਨੀ ਪੜ੍ਹਿਆ ਗਿਆ ਹੈ, ਜੱਜੇ ਨੂੰ ਸਿਹਾਰੀ ਅਤੇ ਨੰਨੇ ਨੂੰ ਬਿਹਾਰੀ ਹੈ, ਕੋਈ ਉਦਾਤ ਜਾਂ ਟਿੱਪੀ ਨਹੀਂ ਲੱਗੀ। ਅਤੇ ਜਦੋਂ ਪਾਠ ਜਿਨੀ ਪੜ੍ਹਿਆ ਹੋਵੇ ਅਤੇ ਉਦੋਂ ਸਮਝ ਲੱਗੇ ਕਿ ਇੱਥੇ ਹੁਣ ਟਿੱਪੀ ਲਾਈ ਗਈ ਹੈ। ਸੋ ਇਹ ਧਿਆਨ ਰੱਖਣਾ। ਜਿਨੀ ਮਨ ਵਸਾਇਆ, ਮਨ ਮੰਮੇ 'ਤੇ ਟਿੱਪੀ ਹੈ ਤਾਂ ਕੱਸ ਕੇ ਪੜ੍ਹਾਂਗੇ। ਜੇ ਟਿੱਪੀ ਨਾ ਹੋਵੇ ਤਾਂ ਪੋਲਾ, ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਊਪਜੈ,
ਵਿਣ ਸਹਜੈ ਸਹਸਾ ਨਾ ਜਾਏ, ਕਰਮੀ ਸਹਿਜ ਨਾ ਊਪਜੈ। ਊਪਜੈ ਊੜੇ ਨੂੰ ਦੁਲੈਂਕੜ ਲਾ ਕੇ ਉਸ ਤੋਂ ਪਹਿਲਾਂ ਨੰਨਾ ਮੁਕਤਾ ਹੈ। ਵਿਣ ਸਹਜੈ, ਸਹਜੈ ਜੱਜੇ ਤੇ ਦੁਲਾਵਾ ਹੈ, ਜੇ ਨਹੀਂ ਪੜ੍ਹਨਾ। ਕਈ ਗੁਰਮੁਖਾਂ ਦਾ ਇਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਦੁਲਾਵਾਂ ਨੂੰ ਲਾਂ ਪੜ੍ਹਦੇ ਨੇ, ਲਾਵਾਂ ਨੂੰ ਦੁਲਾਵਾਂ ਪੜ੍ਹ ਜਾਂਦੇ ਨੇ। ਕਈ ਵਾਰ ਸਾਰੀ ਸੰਥਿਆ ਵੀ ਸੰਪੂਰਨ ਹੋ ਜਾਂਦੀ ਹੈ, ਇਹ ਜਿਹੜਾ ਹੈ ਭੁਲੇਖਾ ਉਹਨਾਂ ਦਾ ਨਹੀਂ ਨਿਕਲਦਾ, ਉਲਝੇ ਰਹਿੰਦੇ ਨੇ। ਸੋ ਇਹ ਧਿਆਨ ਵਿੱਚ ਰੱਖਣਾ, ਜਿੱਥੇ ਦੋ ਡੰਡੀਆਂ ਉੱਪਰ ਲੱਗੀਆਂ ਹੈ ਉਹਨੂੰ ਦੁਲਾਵਾਂ ਕਹਿੰਦੇ ਨੇ, ਅਤੇ ਉਹਨਾਂ ਦਾ ਉਚਾਰਨ ਐ ਸਹਜੈ, ਸਹਜੈ ਇਸ ਤਰ੍ਹਾਂ ਕਰਨਾ। ਸਹਜੇ ਇਹ ਪਾਠ ਅਸ਼ੁੱਧ ਹੈ, ਨਹੀਂ ਕਰਨਾ। ਵਿਣ ਸਹਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹਹੁ ਚਿਤ ਲਾਇ। ਕਹੈ ਨਾਨਕ ਗੁਰ ਪ੍ਰਸਾਦੀ, ਸਹਜ ਉਪਜੈ ਇਹ ਸਹਸਾ ਇਵ ਜਾਏ। ਪਿਛਲੀ ਪੰਕਤੀ ਵਿੱਚ ਇੱਕ ਪਾਠ ਆਇਆ ਰਹੋ, ਰਹੋ। ਨਵੇਂ ਗੁਰਮੁਖ ਜਨ ਜੋ ਸੰਥਿਆ ਪਹਿਲੀ ਵਾਰ ਕਰ ਰਹੇ ਹਨ, ਉਹਨਾਂ ਲਈ ਇਹ ਸ਼ਬਦ ਥੋੜ੍ਹਾ ਜਿਹਾ ਮਹਿੰਗਾ ਹੋਵੇਗਾ, ਔਖਾ ਹੋਵੇਗਾ ਉਚਾਰਨ ਕਰਨਾ, ਤਾਂ ਧਿਆਨ ਰੱਖਣਾ। ਰਹੋ, ਰਹੋ ਬਿਲਕੁਲ ਸਿੱਧੇ ਬੈਠਣਾ ਹੈ, ਤਾਂ ਹਾਹੇ ਦੀ ਆਵਾਜ਼ ਨਿਕਲੇਗੀ। ਰਹੋ ਇਸ ਤਰ੍ਹਾਂ। ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹਹੁ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ, ਸਹਜ ਉਪਜੈ ਇਹ ਸਹਸਾ ਇਵ ਜਾਏ। ਜੀਅਹੁ ਮੈਲੇ ਬਾਹਰਹੁ ਨਿਰਮਲ, ਜੀਅਹੁ ਜੀਓ ਨਹੀਂ ਕਹਿਣਾ। ਬਹੁਤੇ ਜਨ ਜੋ ਕਿ ਸੰਥਿਆ ਨਹੀਂ ਲੈਂਦੇ ਤਾਂ ਪਾਠ ਕਰਦੇ ਵੇਲੇ ਉਹ ਜੀਓ ਕਹਿੰਦੇ ਨੇ, ਜੀਓ ਮੈਲੇ। ਜੀਅਹੁ ਇਹ ਪਾਠ ਸਹੀ ਹੋਏਗਾ। ਜੀਅਹੁ ਐੜਾ ਵੀ ਲਾਉਣਾ, ਹਾਹੇ ਨੂੰ ਔਂਕੜ ਵੀ। ਜੀਅਹੁ ਮੈਲੇ, ਮੈਲੇ ਨਹੀਂ ਕਹਿਣਾ ਗਾ, ਥੋੜ੍ਹਾ ਜਿਹਾ ਪੋਲਾ ਕਰਨਾ ਹੈ। ਮੈਲੇ, ਜੀਅਹੁ ਮੈਲੇ ਬਾਹਰਹੁ, ਬਾਹਰਹੁ ਇਹ ਬਹੁਤ ਧਿਆਨ ਦੇ ਨਾਲ ਇਹ ਪਾਠ ਕਰਨਾ ਹੈ। ਬੜਾ ਅਭਿਆਸ ਕਰਨਾ ਪਵੇਗਾ ਨਵੇਂ ਗੁਰਮੁਖਾਂ ਨੂੰ, ਫਿਰ ਜਾ ਕੇ ਇਹ ਪਾਠ ਰਸਨਾ ਦੇ ਉੱਪਰ ਠੀਕ ਆਏਗਾ, ਠੀਕ ਉਚਾਰਨ ਇਸਦਾ ਹੋਵੇਗਾ। ਬਾਹਰਹੁ ਨਿਰਮਲ, ਬਾਹਰਹੁ ਨਿਰਮਲ ਜੀਅਹੁ ਤਾ ਮੈਲੇ, ਤਿਨੀ ਜਨਮ ਜੂਐ ਹਾਰਿਆ। ਉਸੇ ਤਰ੍ਹਾਂ ਬਾਹਰਹੁ ਨਿਰਮਲ ਜੀਅਹੁ ਤਾ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੁ ਵਿਸਾਰਿਆ। ਵੇਦਾ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ, ਫਿਰਹਿ ਜਿਉ ਬੇਤਾਲਿਆ। ਵੇਦਾਂ ਨਹੀਂ ਕਹਿਣਾ, ਬਿੰਦੀ ਨਹੀਂ ਲਾਉਣੀ। ਵੇਦਾ, ਵੇਦਾ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ, ਫਿਰਹਿ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਅਹੁ ਨਿਰਮਲ ਬਾਹਰਹੁ ਨਿਰਮਲ, ਬਾਹਰਹੁ ਤਾ ਨਿਰਮਲ ਜੀਅਹੁ ਨਿਰਮਲ। ਸਤਿਗੁਰ ਤੇ ਕਰਣੀ ਕਮਾਣੀ। ਪਹਿਲੇ ਪਾਠ ਜੋ ਜੀਅਹੁ ਬਾਹਰਹੁ ਇਹ ਪਿਛਲੀ ਪੰਕਤੀ ਵਾਲੇ ਹੀ ਰਿਪੀਟ ਹੋਏ ਹਨ, ਇਸ ਲਈ ਧਿਆਨ ਰੱਖਣਾ। ਦੋ ਪਾਠ ਇਸ ਪੰਕਤੀ ਵਿੱਚ ਆਏ, ਕਰਨੀ ਕਮਾਣੀ, ਨਾਣੇ ਲੱਗੇ ਹਨ, ਨੰਨੇ ਨਹੀਂ ਲਾਉਣੇ। ਕਰਨੀ ਪਾਠ ਕਰਾਂਗੇ ਤਾਂ ਗਲਤ ਹੋਏਗਾ। ਕਰਨੀ
ਕਰਨੀ ਕਮਾਣੀ। ਨਾਣੇ ਦੇ ਉਚਾਰਨ ਇਹ ਧਿਆਨ ਵਿੱਚ ਰੱਖਣੇ ਹਨ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਰਹੈ, ਰਹੈ ਉੱਪਰ ਪਾਠ ਆਇਆ ਸੀ ਰਹੋ, ਹਾਹੇ ਨੂੰ ਔਂਕੜ ਸੀ ਲਾਸਟ, ਇੱਥੇ ਲਾਸਟ ਵਿੱਚ ਸਿਹਾਰੀ ਹੈ। ਰਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾ ਸਨਮੁਖ ਸਿੱਖ ਕੋਈ। ਜੀਅਹੁ ਰਹੈ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ। ਚਰਨ ਨਹੀਂ ਕਹਿਣਾ, ਚਰਨ ਨੰਨਾ ਲਾਉਣਾ ਹੈ। ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹੈ ਪਰਣੈ। ਪਰਣੈ ਫਿਰ ਧਿਆਨ ਰੱਖਣਾ, ਨੰਨਾ ਨਹੀਂ ਲਾਉਣਾ, ਪਰਨੈ ਨਹੀਂ ਕਰਨਾ। ਜੇ ਪਰਨੇ ਕਹਾਂਗੇ ਤਾਂ ਨੰਨਾ ਲੱਗੇਗਾ, ਨਾਣਾ ਲਾਉਣਾ ਹੈ। ਪਰਣੈ ਆਪ ਛੱਡ ਸਦਾ ਰਹੈ ਪਰਣੈ। ਗੁਰ ਬਿਨ ਅਵਰ ਨਾ ਜਾਣੈ ਕੋਇ। ਕੋਇ ਆਪ ਛੱਡ ਸਦਾ ਰਹੈ ਪਰਣੈ। ਗੁਰ ਬਿਨ ਅਵਰ ਨਾ ਜਾਣੈ ਕੋਇ। ਕਹਿ ਨਾਨਕ ਸੁਣਹੁ ਸੰਤਹੁ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ। ਪੁੱਛਹੁ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖਹੁ, ਵਿਣ ਸਤਿਗੁਰ ਮੁਕਤ ਨ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਆਵਹੁ ਹਾਹਾ ਤੇ ਹਾਹੇ ਨੂੰ ਔਂਕੜ ਇਹ ਲਾਉਣਾ, ਆਵੋ ਨਹੀਂ ਕਹਿਣਾ, ਆਵਹੁ। ਸਤਿਗੁਰੂ, ਸਤਿਗੁਰ ਨਹੀਂ ਕਹਿਣਾ, ਸਤਿਗੁਰੂ ਰਾਰੇ ਨੂੰ ਦੁਲੈਂਕੜ ਲੱਗੀ ਹੋਈ ਹੈ। ਪਿਆਰੇ ਹੋ, ਪਿਆਰੇ ਹੋ ਥੋੜ੍ਹਾ ਜਿਹਾ ਜ਼ੋਰ ਲੱਗੇਗਾ ਅਖੀਰ ਵਿੱਚ ਹਾਹੇ ਨੂੰ ਬੋਲਣ ਵਾਸਤੇ, ਹੋੜਾ ਵੀ ਲੱਗਾ। ਪਿਆਰੇ ਹੋ। ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹਹੁ ਹਰ ਰੰਗ, ਜਪਿਹੁ ਸਾਰਗ ਪਾਣੀ। ਇਸ ਪੰਕਤੀ ਵਿੱਚ ਪਾਠ ਆਇਆ ਸਾਰਗ ਪਾਣੀ, ਜਪਿਹੁ ਆਇਆ ਪਾਠ। ਜਪਿਹੁ ਪੱਪੇ ਨੂੰ ਥੋੜ੍ਹੀ ਜਿਹੀ ਸਿਹਾਰੀ ਲਾ ਕੇ ਹਾਹੇ ਨੂੰ ਔਂਕੜ, ਜਪਿਹੁ ਸਾਰਗ ਪਾਣੀ। ਇਹ ਪਾਠ ਕਈ ਵਾਰ ਗੁਰਬਾਣੀ ਵਿੱਚ ਸਾਰੰਗ ਪਾਣੀ ਵੀ ਆਉਂਦਾ ਹੈ, ਸਾਰੰਗ ਪਾਣੀ। ਸੋ ਇੱਥੇ ਟਿੱਪੀ ਦੀ ਵਰਤੋਂ ਨਹੀਂ ਹੋਈ, ਇਸ ਲਈ ਸਾਰਗ ਪਾਣੀ ਹੀ ਆਪਾਂ ਪੜ੍ਹਾਂਗੇ। ਇੱਥੇ ਟਿੱਪੀ ਜਾਂ ਬਿੰਦੀ ਨਹੀਂ ਲਾਉਣੀ। ਜਪਿਹੁ ਸਾਰਗ ਪਾਣੀ। ਕਹਿ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ।
ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕੱਚੀ ਨਹੀਂ ਕਹਿਣਾ, ਅੱਧਕ ਲੱਗੇਗਾ ਕੱਚੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬੱਝਹੋ। ਬੱਝਹੋ ਝੱਜਾ ਲਾਉਣਾ, ਬੱਝਹੋ। ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ। ਕੱਚੀ ਆਖ ਵਖਾਣੀ, ਇਹਨੂੰ ਕੰਚੀ ਨਹੀਂ ਕਹਿਣਾ। ਜੋ ਨਵੇਂ ਗੁਰਮੁਖ ਸੰਥਿਆ ਕਰਦੇ ਨੇ ਉਹ ਭੁਲੇਖੇ ਦੇ ਨਾਲ ਜਿਹੜੀ ਬਿੰਦੀ ਹੈ ਉਹ ਕੱਕੇ 'ਤੇ ਲਾਉਂਦੇ ਨੇ, ਕੰਚੀ ਇਸ ਤਰ੍ਹਾਂ ਪੜ੍ਹਦੇ ਨੇ ਅਤੇ ਉਚਾਰਨ ਸਹੀ ਨਹੀਂ ਹੁੰਦਾ, ਬੜਾ ਜ਼ੋਰ ਲਾਉਂਦੇ ਨੇ। ਧਿਆਨ ਰੱਖਣਾ, ਕੱਕੇ ਨੂੰ ਮੁਕਤਾ ਹੀ ਪੜ੍ਹਨਾ ਹੈ, ਚੱਚੇ 'ਤੇ ਟਿੱਪੀ ਲਾਉਣੀ ਹੈ, ਬਿੰਦੀ ਲਾਉਣੀ ਹੈ ਬਿਹਾਰੀ ਲਾ ਕੇ। ਕੱਚੀ ਚੀ, ਚੀ ਦਾ ਅਭਿਆਸ ਕਰਕੇ ਫਿਰ ਆਪਾਂ ਪਹਿਲਾਂ ਕੱਕਾ ਲਾ ਦੇਣਾ ਹੈ ਅਤੇ ਇਹ ਉਚਾਰਨ ਹੋਏਗਾ ਕੱਚੀ। ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ। ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ। ਬੋਲਨ ਪਏ ਰਵਾਣੀ। ਰਵਾਣੀ ਬੋਲਣ ਪਏ ਰਵਾਣੀ, ਨਾਣਾ ਲਾ ਕੇ। ਕਹਿ ਨਾਨਕ ਸਤਿਗੁਰੂ ਬੱਝਹੋ। ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ। ਇਹੋ ਹੁਆ ਸਮਾਓ। ਸ਼ਬਦ ਸੇਤੀ ਮਨ ਮਿਲਿਆ। ਸੱਚੈ ਲਾਇਆ ਭਾਉ। ਭਾਉ ਨਹੀਂ ਕਹਿਣਾ, ਜੇ ਭਾਉ ਕਵਾਂਗੇ ਤਾਂ ਊੜੇ ਨੂੰ ਹੋੜਾ ਲੱਗੇਗਾ। ਭੱਬੇ ਨੂੰ ਕੰਨਾ ਥੋੜ੍ਹਾ ਜਿਹਾ ਲੰਬਾ ਕਰਕੇ ਊੜੇ ਨੂੰ ਔਂਕੜ ਛੋਟਾ ਰੱਖਣਾ ਹੈ। ਭਾਉ। ਸ਼ਬਦ ਸੇਤੀ ਮਨ ਮਿਲਿਆ। ਸੱਚੈ ਲਾਇਆ ਭਾਉ। ਆਪੇ ਹੀਰਾ ਰਤਨ ਆਪੇ। ਜਿਸਨੂੰ ਦੇ ਬੁਝਾਏ। ਵਿਸ਼ਰਾਮ ਦਾ ਵੀ ਧਿਆਨ ਰੱਖਣਾ, ਆਪੇ 'ਤੇ ਵਿਸ਼ਰਾਮ ਲਾਉਣਾ ਹੈ। ਆਪੇ ਹੀਰਾ ਰਤਨ ਆਪੇ। ਜਿਸਨੂੰ ਦੇ ਦੱਦੇ ਨੂੰ ਲਾਂ, ਈੜੀ ਨੂੰ ਸਿਹਾਰੀ। ਦੇ ਨਹੀਂ ਕਹਿਣਾ, ਦੇ ਦੱਦੇ ਨੂੰ ਲਾਂ ਲੰਬੀ ਕਰਨੀ ਹੈ, ਈੜੀ ਨੂੰ ਸਿਹਾਰੀ ਛੋਟੀ ਰੱਖਣੀ ਹੈ। ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ। ਹੀਰਾ ਜਿਤ ਜੜਾਓ। ਇਸ ਪੰਕਤੀ ਵਿੱਚ ਪਾਠ ਆਇਆ ਰਤਨ, ਪਰ ਜਿਹੜੇ ਗੁਰਮੁਖ ਸੰਥਿਆ ਕੀਤੇ ਬਗੈਰ ਪਾਠ ਕਰਦੇ ਹਨ ਉਹ ਇਸ ਸ਼ਬਦ ਦਾ ਉਚਾਰਨ ਕਰਦੇ ਨੇ ਰਤਨ। ਕਹਿ ਨਾਨਕ ਸ਼ਬਦ ਰਤਨ ਹੈ। ਗੁਰਮੁਖੋ ਰਤਨ ਤਾਂ ਬਣੇਗਾ ਜੇ ਤੱਤੇ ਦੇ ਉੱਪਰ ਟਿੱਪੀ ਲੱਗੀ ਹੋਵੇਗੀ। ਟਿੱਪੀ ਨਹੀਂ ਲੱਗੀ ਹੋਈ, ਰਾਰਾ ਤੱਤਾ ਅਤੇ ਨੰਨੇ ਨੂੰ ਔਂਕੜ ਹੈ। ਅਤੇ ਪਾਠ ਪੜ੍ਹਾਂਗੇ ਆਪਾਂ ਰਤਨ। ਕਹਿ ਨਾਨਕ ਸ਼ਬਦ ਰਤਨ ਹੈ। ਹੀਰਾ ਜਿਤ ਜੜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।